ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਸ਼ਰਾਬ ਫੈਕਟਰੀ ਆਪ ਸਰਕਾਰ ਨੂੰ ਰੜਕਣ ਲੱਗੇ ਪ੍ਰਦਰਸ਼ਨ। ਸਾਡੇ ਨਾਲ ਇਸ ਬਾਰੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਜੀ। ਚਰਨਜੀਤ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ। ਮਿਹਰਬਾਨੀ। ਚਰਨਜੀਤ ਜੀ, ਜੀਰਾ ਦੇ ਵਿੱਚ ਸ਼ਰਾਬ ਫੈਕਟਰੀ ਮੂਹਰੇ ਪਿਛਲੇ ਪੌਣੇ 5 ਮਹੀਨਿਆਂ ਤੋਂ ਇੱਕ ਪ੍ਰਦਰਸ਼ਨ ਚੱਲ ਰਿਹਾ ਸੀ ਤੇ ਅੱਜ ਪੰਜਾਬ ਪੁਲਿਸ ਵੱਲੋਂ ਉਸ ਪ੍ਰਦਰਸ਼ਨ ਨੂੰ ਜਿਹੜਾ ਹੈਗਾ ਖਦੇੜਨ ਦੀ ਕੋਸ਼ਿਸ਼ ਕੀਤੀ ਗਈ ਹੈ। ਪਤਾ ਲੱਗਿਆ ਕਿ ਕੁਝ ਜਿਹੜੇ ਪ੍ਰਦਰਸ਼ਨਕਾਰੀਆਂ ਦੇ ਖਿਲਾਫ ਪੁਲਿਸ ਨੇ ਕੇਸ ਵੀ ਦਰਜ ਕੀਤੇ ਨੇ। ਅਸੀਂ ਜਾਣਨਾ ਚਾਹਾਂਗੇ ਪਹਿਲਾਂ ਤਾਂ ਇਹ ਪ੍ਰਦਰਸ਼ਨ ਪਿਛਲੇ ਪੌਣੇ 5 ਮਹੀਨਿਆਂ ਤੋਂ ਚੱਲ ਕਿਉਂ ਰਿਹਾ ਸੀ, ਇਸ ਦੇ ਪਿੱਛੇ ਕਾਰਨ ਕੀ ਨੇ ਤੇ ਆਖਿਰਕਾਰ ਇਹ ਨੌਬਤ ਕਿਉਂ ਆਈ ਹੈ ਵੀ ਤਾਂ ਪੁਲਿਸ ਨੂੰ ਅੱਜ ਇਹੋ ਜਿਹੀ ਕਾਰਵਾਈ ਕਰਨੀ ਪਈ ਹੈ। ਜਿਹੜੇ ਕੇਸ ਵੀ ਦਰਜ ਹੋਏ ਨੇ, ਹੋਰ ਵੀ ਉੱਥੇ ਹਾਲਾਤ ਜਿਹੜੇ ਨੇ ਬਹੁਤ ਟਕਰਾਅ ਵਾਲੇ ਬਣੇ ਰਹੇ ਨੇ, ਇਹਨਾਂ ਸਭ ਦੇ ਪਿੱਛੇ ਕਾਰਨ ਕੀ ਹੈ? ਦੇਖੋ, ਪਹਿਲਾਂ ਪੰਜਾਬ ਸਰਕਾਰ ਦੀ ਇਸ ਜਿਹੜੀ ਨੌਬਤ ਵਾਲੀ ਗੱਲ ਹੈਗੀ ਹੈ, ਇਸ ਤੋਂ ਪਹਿਲਾਂ ਆਪਾਂ ਇਸ ਪੂਰੇ ਘਟਨਾਕ੍ਰਮ ਦਾ ਜਿਹੜਾ ਪਿਛੋਕੜ ਹੈ ਉਸ ਦੀ ਗੱਲ ਕਰਨੀ ਜਿਹੜੀ ਬਣਦੀ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਜੀਰਾ ਦੇ ਵਿੱਚ ਜਿਹੜੀ ਫੈਕਟਰੀ ਲੱਗੀ ਹੋਈ ਹੈ ਇਹ ਨਵੀਂ ਨਹੀਂ ਹੈ, ਇਹ ਪੁਰਾਣੀ ਫੈਕਟਰੀ ਹੈ। ਸ਼ਰਾਬ ਫੈਕਟਰੀ ਕਾਫੀ ਸਮੇਂ ਦੀ ਚੱਲ ਰਹੀ ਹੈ। ਕੁਝ ਸਮਾਂ ਪਹਿਲਾਂ ਜੀਰਾ ਇਲਾਕੇ ਦੇ ਤਕਰੀਬਨ 50 ਪਿੰਡਾਂ ਦੇ ਲੋਕਾਂ ਨੇ ਇਹ ਸ਼ਿਕਾਇਤ ਕੀਤੀ ਸੀ ਕਿ ਸਾਡਾ ਜਿਹੜਾ ਧਰਤੀ ਹੇਠਲਾ ਪਾਣੀ ਹੈ, ਗਰਾਊਂਡ ਵਾਟਰ ਹੈ, ਉਹ ਪੋਲੂਟ ਹੋ ਚੁੱਕਾ ਹੈ। ਉਹਨਾਂ ਨੇ ਕਿਹਾ ਸੀ ਕਿ ਕੁਝ ਪਿੰਡਾਂ ਦੇ ਵਿੱਚ ਜਿਹੜਾ ਪੀਣ ਵਾਲਾ ਪਾਣੀ ਨਲਕਿਆਂ ਦੇ ਥਰੂ ਆ ਰਿਹਾ ਹੈਗਾ ਉਹ ਖਰਾਬ ਆ ਰਿਹਾ ਹੈ, ਉਹ ਪੋਲੂਟਡ ਵਾਟਰ ਹੈ, ਜਿਹਦੇ ਨਾਲ ਉਹਨਾਂ ਨੇ ਹਵਾਲਾ ਦਿੱਤਾ ਸੀ ਕਿ ਕਈ ਪਿੰਡਾਂ ਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਜਿਹੜੀ ਬਿਮਾਰੀਆਂ ਨੇ ਉਹ ਉੱਭਰਨ ਲੱਗੀਆਂ ਨੇ। ਲੋਕ ਹੈ ਜਿਹੜੇ ਉਹ ਤੋਂ ਪੀੜਤ ਹੋਣ ਲੱਗੇ ਨੇ ਬਿਮਾਰੀਆਂ ਤੋਂ। ਪ੍ਰਸ਼ਾਸਨ ਨੂੰ ਵੀ ਮਿਲੇ ਸੀ ਉਹਨਾਂ ਪਿੰਡਾਂ ਦੇ ਲੋਕ। ਜਦੋਂ ਕੋਈ ਮਸਲਾ ਹੱਲ ਨਾ ਹੋਇਆ, ਚਾਹੇ ਪ੍ਰਸ਼ਾਸਨ ਨੇ ਹੱਲ ਨਾ ਕੀਤਾ, ਚਾਹੇ ਸਰਕਾਰ ਨੇ ਕੋਈ ਧਿਆਨ ਨਾ ਦਿੱਤਾ, ਤਾਂ ਉਹਨਾਂ ਪਿੰਡਾਂ ਦੇ ਲੋਕਾਂ ਨੇ ਇੱਕ ਸਾਂਝਾ ਮੋਰਚਾ ਬਣਾ ਲਿਆ ਸੀ। ਸਾਂਝਾ ਮੋਰਚਾ ਬਣਾਉਣ ਤੋਂ ਬਾਅਦ ਉਹਨਾਂ ਲੋਕਾਂ ਨੇ 24 ਜੁਲਾਈ ਤੋਂ ਫੈਕਟਰੀ ਵਾਲੀ ਜਗ੍ਹਾ ਤੇ ਉਹਨਾਂ ਨੇ ਧਰਨਾ ਜਿਹੜਾ ਆਪਣਾ ਪ੍ਰਦਰਸ਼ਨ ਹੈ ਉਹ ਸ਼ੁਰੂ ਕਰਤਾ ਸੀ ਜੀ। ਹੁਣ ਉਹਨਾਂ ਲੋਕਾਂ ਦਾ ਇਹ ਦਾਅਵਾ ਹੈ, ਉਹਨਾਂ ਲੋਕਾਂ ਦਾ ਇਹ ਕਹਿਣਾ ਹੈ ਕਿ ਜਿਹੜੇ ਸ਼ਰਾਬ ਫੈਕਟਰੀ ਦੇ ਮਾਲਕ ਨੇ ਉਹ ਆਪਣਾ ਜਿਹੜਾ ਡਿਸਚਾਰਜ ਹੈ, ਜਿਹੜਾ ਪੋਲੂਟਡ ਵਾਟਰ ਹੈ, ਉਹ ਬੋਰਵੈਲ ਦੇ ਜ਼ਰੀਏ ਉਹ ਧਰਤੀ 'ਚ ਪਾ ਰਹੇ ਨੇ ਜੀ, ਜਿਹਦੀ ਬਦੌਲਤ ਪਿਛਲੇ ਸਾਲਾਂ 'ਚੋਂ ਲਗਾਤਾਰ ਇਹ ਪਾਣੀ ਪੈਣ ਕਰਕੇ ਟੋਟਲ ਏਰੀਆ ਦਾ ਪਾਣੀ ਹੈ ਜਿਹੜਾ ਉਹ ਪੋਲੂਟ ਹੋ ਚੁੱਕਾ ਹੈ ਔਰ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਜਿਹੜੀਆਂ ਉਹਨਾਂ ਨੂੰ ਸਹੇੜਨ ਦਾ ਇਹ ਪਾਣੀ ਹੈ ਜਿਹੜਾ ਵਜ੍ਹਾ ਬਣ ਰਿਹਾ, ਉਹਦਾ ਕਾਰਨ ਬਣ ਰਿਹਾ ਹੈ ਜੀ। ਹੁਣ 24 ਜੁਲਾਈ ਤੋਂ ਇਹ ਮੋਰਚਾ ਸ਼ੁਰੂ ਹੋਇਆ ਸੀ ਉਹਨਾਂ ਲੋਕਾਂ ਦਾ। ਫੈਕਟਰੀ ਦੇ ਅੱਗੇ ਉਹ ਬੈਠੇ ਸੀ ਔਰ ਫੈਕਟਰੀ ਦਾ ਜਿਹੜਾ ਕੰਮਕਾਰ ਹੈ ਉਸ ਮੋਰਚੇ ਕਰਕੇ ਬੰਦ ਸੀ, ਫੈਕਟਰੀ ਬੰਦ ਸੀ। ਤਾਂ ਪੌਣੇ 5 ਮਹੀਨਿਆਂ ਦਾ ਅਰਸਾ ਜਿਹੜਾ ਲੰਘ ਚੁੱਕਾ ਸੀ ਜੀ। ਤਾਂ ਆਖਰ ਇਹ ਮਾਮਲਾ ਹਾਈ ਕੋਰਟ ਦੇ ਵਿੱਚ ਵੀ ਗਿਆ, ਹਾਈ ਕੋਰਟ ਦੀਆਂ ਡਾਇਰੈਕਸ਼ਨਸ ਵੀ ਆਈਆਂ ਨੇ ਔਰ ਉਸ ਤੋਂ ਬਾਅਦ ਪੰਜਾਬ ਸਰਕਾਰ ਨੇ ਲੰਘੀ ਰਾਤ ਤਕਰੀਬਨ 100 ਦੇ ਕਰੀਬ ਜਿਹੜੇ ਪ੍ਰਦਰਸ਼ਨਕਾਰੀ ਨੇ, ਕੁਝ ਦੇ ਬਾਈ ਨੇ, ਕੁਝ ਨੂੰ ਅਣਪਛਾਤਾ ਕਹਿ ਕੇ ਜਿਹੜਾ ਮੁਕੱਦਮਾ ਦਰਜ ਕੀਤਾ ਹੈ ਜੀ। ਔਰ ਅੱਜ ਜਿਹੜਾ ਉਹਨਾਂ ਦਾ ਪੱਕੇ ਮੋਰਚੇ ਵਾਲਾ ਤੰਬੂ ਲੱਗਿਆ ਹੋਇਆ ਸੀ, ਟੈਂਟ ਲੱਗਿਆ ਹੋਇਆ ਸੀ, ਉਸ ਨੂੰ ਪੁਲਿਸ ਨੇ ਖਦੇੜ ਦਿੱਤਾ ਹੈਗਾ ਔਰ ਤਕਰੀਬਨ 5-6 ਜ਼ਿਲ੍ਹਿਆਂ ਦੀ ਪੁਲਿਸ ਹੈ ਜਿਹੜੀ ਉਹ ਇਸ ਟਾਈਮ ਸ਼ਰਾਬ ਫੈਕਟਰੀ ਦੇ ਇਰਦ ਗਿਰਦ ਹੈ ਜਿਹੜੀ ਉਹ ਲੱਗੀ ਹੋਈ ਹੈ ਜੀ। ਦੂਸਰੀ ਤਰਫ ਜਿਹੜੇ ਅੰਦੋਲਨਕਾਰੀ ਨੇ ਉਹਨਾਂ ਨੇ ਆਪਣਾ ਮੋਰਚਾ ਦੂਸਰੀ ਸਾਈਡ ਹੈ ਜਿਹੜਾ ਸ਼ੁਰੂ ਕਰ ਲਿਆ, ਕਿਉਂਕਿ ਮੇਨ ਰਸਤਾ ਜਿਹੜਾ ਉਹ ਪੁਲਿਸ ਨੇ ਖਾਲੀ ਕਰਵਾ ਕੇ ਉੱਤੇ ਆਪਣਾ ਪਹਿਰਾ ਦਿੱਤਾ ਹੋਇਆ ਹੈ ਔਰ ਦੂਸਰੀ ਤਰਫ ਉਹਨਾਂ ਲੋਕਾਂ ਦਾ ਜਿਹੜਾ ਪ੍ਰਦਰਸ਼ਨ ਸ਼ੁਰੂ ਹੋ ਗਿਆ। ਜਿਹੜੀਆਂ ਕਿਸਾਨ ਧਿਰਾਂ ਇਹਨਾਂ ਲੋਕਾਂ ਦੀ ਹਮਾਇਤ ਦੇ ਵਿੱਚ ਪਹਿਲਾਂ ਵੀ ਆਈਆਂ ਸੀ ਜੀ, ਉਹਨਾਂ ਨੇ ਮੁੜ ਕੇ ਫਿਰ ਇੱਕ ਸੱਦਾ ਦਿੱਤਾ ਹੈ ਔਰ ਉਹਨਾਂ ਦੇ ਜਿਹੜੇ ਕਾਰਕੁਨ ਹੈ ਉਹ ਵੀ ਉੱਥੇ ਪਹੁੰਚਣੇ ਸ਼ੁਰੂ ਹੋ ਚੁੱਕੇ ਨੇ। ਤੇ ਇਸ ਤੋਂ ਇਲਾਵਾ 20 ਤਰੀਕ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੈ ਲੁਧਿਆਣਾ ਦੇ ਵਿੱਚ ਹੋ ਰਹੀ ਹੈ। ਪਤਾ ਲੱਗਿਆ ਕਿ ਉਹਦੇ ਵਿੱਚ ਇਹ ਜੀਰਾ ਸ਼ਰਾਬ ਫੈਕਟਰੀ ਦਾ ਮਾਮਲਾ ਨਵੇਂ ਸਿਰੇ ਤੋਂ ਵਿਚਾਰਿਆ ਜਾਣਾ ਹੈ ਜੀ, ਕਿ ਸਰਕਾਰ ਨਾਲ ਕਿਸ ਤਰ੍ਹਾਂ ਦੀ ਟੱਕਰ ਲਈ ਜਾਵੇ, ਕਿਸ ਤਰ੍ਹਾਂ ਇਸ ਮਸਲੇ ਨੂੰ ਹੱਲ ਕਰਾਇਆ ਜਾਵੇ, ਕਿਸ ਤਰ੍ਹਾਂ ਦੀਆਂ ਵਿਚਾਰਾਂ ਜਾਂ ਇਸ ਤਰ੍ਹਾਂ ਦੇ ਫੈਸਲੇ ਹੈ ਉਹ 20 ਦਸੰਬਰ ਨੂੰ ਹੋਣਗੇ ਜੀ। ਹੁਣ ਮਸਲਾ ਇਹ ਹੈ ਕਿ ਪਹਿਲਾਂ ਤਾਂ ਇਹ ਕਹਿੰਦੇ ਕਿ ਇਸ ਤਰ੍ਹਾਂ ਦੀ ਜਿਹੜਾ ਸਿਖਰ ਹੈ ਇਸ ਮਸਲੇ ਦਾ ਇੱਥੇ ਕਿਉਂ ਪਹੁੰਚਿਆ। ਪੰਜਾਬ ਸਰਕਾਰ ਨੂੰ ਜਿਹੜਾ ਪੁਲਿਸ ਬਲ ਹੈ ਕਹਿੰਦੇ ਨੇ ਕਿ ਹਲਕਾ ਬਲ ਪ੍ਰਯੋਗ ਹੋਇਆ ਉੱਥੇ ਜੀ, ਇਹਦੀ ਨੌਬਤ ਕਿਉਂ ਬਣੀ ਜਾਂ ਕਿਹੜੀਆਂ ਕਮੀਆਂ ਰਹੀਆਂ, ਕਿਹੜੀਆਂ ਖਾਮੀਆਂ ਰਹੀਆਂ ਪਿਛਲੇ ਪੌਣੇ 5 ਮਹੀਨਿਆਂ ਦੇ ਵਿੱਚ, ਜਾਂ ਸਰਕਾਰ ਦੇ ਕੀ ਐਫਰਟਸ ਰਹੇ
ਅੰਦੋਲਨਕਾਰੀਆਂ ਦੀ ਜਿਹੜੀ ਭੂਮਿਕਾ ਹੈ ਉਹ ਕੀ ਰਹੀ, ਇਹ ਸਾਰੇ ਬੁਨਿਆਦੀ ਸਵਾਲ ਨੇ। ਇੱਕ ਜਿਹੜਾ ਬੇਸਿਕ ਮਸਲਾ ਹੈਗਾ ਦੇਖਣਾ ਉਸ ਨੂੰ ਪੈਣਾ ਸਾਨੂੰ ਕਿ ਜਿਹੜੀ ਲੋਕ ਉੱਥੇ ਡਿਮਾਂਡ ਕਰ ਰਹੇ ਨੇ, ਜਿਹੜਾ ਮਸਲਾ ਉਠਾ ਰਹੇ ਨੇ, ਜਿਸ ਦੀ ਵਜ੍ਹਾ ਕਰਕੇ ਉਹਨਾਂ ਨੂੰ ਧਰਨਾ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਾ ਪਿਆ, ਉਹਦੇ ਲਈ 5 ਮਹੀਨਿਆਂ ਦੇ ਵਿੱਚ, ਪੌਣੇ 5 ਮਹੀਨਿਆਂ 'ਚ ਸਰਕਾਰ ਨੇ ਕਿਹੜੇ ਕਦਮ ਉਠਾਏ। ਹੁਣ ਕੱਲ ਉੱਥੇ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਗਏ, ਉਹਨਾਂ ਨੇ ਐਲਾਨ ਕੀਤਾ ਕਿ ਜੀ ਅਸੀਂ ਤੁਹਾਡੀ ਔਰ ਸਾਡੇ ਮਾਹਰਾਂ ਦੀ, ਜਿਹੜੇ ਪੋਲਿਊਸ਼ਨ ਕੰਟਰੋਲ ਬੋਰਡ ਦੇ ਨੇ ਐਕਸਪਰਟ ਨੇ, ਔਰ ਤੁਹਾਡੀ ਇੱਕ ਸਾਂਝੀ ਕਮੇਟੀ ਬਣਾ ਦਿੰਦੇ ਆ ਔਰ ਤੁਹਾਡੀ ਤਸੱਲੀ ਕਰਾ ਦਿੰਦੇ ਆ ਜੀ। ਹੋਣਾ ਕੀ ਚਾਹੀਦਾ ਸੀ ਕਿ ਉਹਨਾਂ ਲੋਕਾਂ ਦੀ ਮੰਗ ਇਹ ਹੈ ਕਿ ਅਸੀਂ ਗੰਦਾ ਪਾਣੀ ਪੀਣ ਲਈ ਮਜਬੂਰ ਹੋ ਰਹੇ ਹਾਂ, ਕਿਉਂਕਿ ਲੋਕਾਂ ਦੀ ਸਿਹਤ ਨਾਲ ਜੁੜਿਆ ਹੋਇਆ ਮਸਲਾ ਹੈ। ਇਸ ਕਰਕੇ ਡੇ 1 ਤੋਂ ਇਸ ਨੂੰ ਨਜਿੱਠਿਆ ਜਾਣਾ ਬਣਦਾ ਸੀ। ਚਾਹੀਦਾ ਇਹ ਸੀ ਕਿ ਲੋਕ ਜਿੱਥੇ ਪਿੰਨ ਪੁਆਇੰਟ ਕਰ ਰਹੇ ਨੇ ਕਿ ਇਹਨਾਂ ਪਿੰਡਾਂ ਦੇ ਵਿੱਚ ਗੰਦਾ ਪਾਣੀ ਆ ਰਿਹਾ ਹੈ, ਤਾਂ ਪ੍ਰਸ਼ਾਸਨ ਨੂੰ ਚਾਹੀਦਾ ਸੀ ਜਾਂ ਸਰਕਾਰ ਨੂੰ ਚਾਹੀਦਾ ਸੀ ਕਿ ਮਾਹਰਾਂ ਦੀ, ਕੋਈ ਐਕਸਪਰਟਸ ਦੀ ਇੱਕ ਕਮੇਟੀ ਦਾ ਗਠਨ ਕਰਦੇ, ਜਿਹਦੇ ਵਿੱਚ ਲੋਕਾਂ ਦੇ ਨੁਮਾਇੰਦੇ ਲਏ ਜਾਂਦੇ ਔਰ ਉਸ ਇਲਾਕੇ ਦੇ ਵਿੱਚ ਟੀਮਾਂ ਭੇਜੀਆਂ ਜਾਂਦੀਆਂ ਔਰ ਲੋਕਾਂ ਦੇ ਸਾਹਮਣੇ ਉਹਨਾਂ ਦੀ ਤਸੱਲੀ ਕਰਾਈ ਜਾਂਦੀ। ਜਿਹੜੇ ਉਹ ਕਹਿੰਦੇ ਨੇ ਕਿ ਐਨਜੀਟੀ ਨੇ ਕਲੀਨ ਚਿੱਟ ਦੇ ਦਿੱਤੀ ਹੈ, ਸਾਰੀਆਂ ਰਿਪੋਰਟਾਂ ਕਲੀਨ ਚਿੱਟ ਆ ਗਈ ਹੈ, ਜਿਹੜੇ ਸਰਕਾਰ ਦੇ ਦਾਅਵੇ ਨੇ, ਠੀਕ ਹੈ ਜ਼ਰੂਰ ਆ ਗਈ ਹੋਗੀ, ਪਰ ਲੋਕ ਉਹਨਾਂ ਨੂੰ ਮੰਨਣ ਨੂੰ ਤਿਆਰ ਨਹੀਂ। ਜੇ ਉਹ ਨਹੀਂ ਮੰਨਣ ਨੂੰ ਤਿਆਰ, ਸਰਕਾਰ ਕਿਹਦੇ ਲਈ ਬਣਦੀ ਹੈ? ਲੋਕਾਂ ਲਈ ਬਣਦੀ ਹੈ, ਲੋਕਾਂ ਦੇ ਹਿੱਤਾਂ ਲਈ ਬਣਦੀ ਹੈ। ਇਸ ਕਰਕੇ ਲੋਕਾਂ ਦੀ ਤਸੱਲੀ ਵੀ ਜ਼ਰੂਰੀ ਹੈਗੀ ਹੈ ਜੀ। ਇੱਕ ਗੱਲ ਤਾਂ ਇਹ ਹੈ ਕਿ ਜਿਹੜਾ ਬੁਨਿਆਦੀ ਮਸਲਾ ਸੀ ਉਹਨਾਂ ਦਾ, ਉਹਦੇ ਸਰਕਾਰ ਨੇ ਪੌਣੇ 5 ਮਹੀਨੇ ਕੋਈ ਵਰਕ ਨਹੀਂ ਕੀਤਾ। ਜਿਹੜਾ ਮਸਲਾ ਪੌਣੇ 5 ਮਹੀਨਿਆਂ ਬਾਅਦ ਸਰਕਾਰ ਨੇ ਚੁੱਕਿਆ ਕਿ ਅਸੀਂ ਕਮੇਟੀ ਬਣਾ ਦਿੰਦੇ ਆ ਜੀ, ਉਹ ਪਹਿਲੇ ਦਿਨ ਤੋਂ ਉਠਾਇਆ ਜਾਣਾ ਸੀ। ਦੂਸਰਾ ਸੀਗਾ ਡਾਇਲੌਗ ਦੀ ਗੱਲ ਕਿ ਜੋ ਕੋਈ ਬੈਠੇ ਨੇ, ਕੋਈ ਵਜ੍ਹਾ ਤਾਂ ਹੋਏਗੀ। ਪੰਜਾਬ ਦੇ ਵਿੱਚ ਦਰਜਨਾਂ ਸ਼ਰਾਬ ਫੈਕਟਰੀਆਂ ਨੇ, ਹੋਰ ਕਿਸੇ ਫੈਕਟਰੀ ਅੱਗੇ ਧਰਨਾ ਨਹੀਂ ਲੱਗਿਆ। ਇਹਦਾ ਮਤਲਬ ਕਿ ਉਹਨਾਂ ਦੀ ਮੰਗ ਕਿਤੇ ਨਾ ਕਿਤੇ ਵਾਜਬ ਤਾਂ ਹੈਗੀ ਹੈ ਜੀ, ਉਸ ਨੂੰ ਬੈਠਣ ਲਈ ਮਜਬੂਰ ਹੋਣਾ ਪਿਆ। ਇੰਨੀ ਹੁਣ ਤਾਂ ਠੰਡ ਵੀ ਸ਼ੁਰੂ ਹੋ ਗਈ ਹੈ, ਘਰੋਂ ਨਿਕਲਣਾ ਆਪਾਂ ਨੂੰ ਰਜਾਈਆਂ ਚੋਂ ਔਖਾ ਹੋ ਜਾਂਦਾ ਹੈਗਾ, ਤੇ ਇੰਨਾ ਲੰਬਾ ਧਰਨਾ ਪ੍ਰਦਰਸ਼ਨ ਚਲਾਉਣਾ ਉਹ ਵੀ ਬੜਾ ਸੌਖੀ ਗੱਲ ਨਹੀਂ ਹੁੰਦੀ। ਇਸ ਕਰਕੇ ਸੀਰੀਅਸਲੀ ਸਰਕਾਰ ਨੂੰ ਇਸ ਨੂੰ ਲੈਣਾ ਚਾਹੀਦਾ ਸੀ। ਪਹਿਲਾਂ ਉਹਨਾਂ ਦਾ ਕੋਈ ਡਾਇਲੌਗ ਨਹੀਂ ਸ਼ੁਰੂ ਕੀਤਾ ਗਿਆ। ਹੁਣ ਡਾਇਲੌਗ ਕਦੋਂ ਸ਼ੁਰੂ ਕੀਤਾ ਗਿਆ ਕਿ ਜਦੋਂ ਹਾਈ ਕੋਰਟ ਦੇ ਹੁਕਮ ਆ ਗਏ ਨੇ, ਕਿਉਂਕਿ ਜਿਹੜੇ ਫੈਕਟਰੀ ਦੇ ਮਾਲਕ ਨੇ ਉਹਨਾਂ ਨੂੰ ਲੱਗਿਆ ਕਿ ਸਰਕਾਰ ਮਸਲੇ ਨੂੰ ਨਜਿੱਠ ਨਹੀਂ ਰਹੀ ਜੀ, ਤਾਂ ਉਹਨਾਂ ਨੇ ਹਾਈ ਕੋਰਟ ਤੱਕ ਪਹੁੰਚ ਕੀਤੀ। ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਵੀ ਜਿਹੜਾ ਜੁਰਮਾਨਾ ਲਗਾ ਦਿੱਤਾ। ਹੁਣ ਦੇਖਣਾ ਇਹ ਬਣਦਾ ਹੈ ਕਿ ਫੈਕਟਰੀ ਕਿਸੇ ਦੀ ਹੈ, ਮੁਨਾਫਾ ਕਿਸੇ ਨੇ ਕਮਾਉਣਾ ਹੈ, ਜੁਰਮਾਨਾ ਜਿਹੜਾ ਉਹ ਪੰਜਾਬ ਸਰਕਾਰ ਨੂੰ ਉਤਾਰਨਾ ਪੈਣਾ ਹੈਗਾ ਜੀ। ਇੱਕ ਹਾਈ ਕੋਰਟ ਦੇ ਫੈਸਲੇ ਨੂੰ ਵੀ ਏਦਾਂ ਲਾਈਟਲੀ ਨਹੀਂ ਲੈਣਾ ਚਾਹੀਦਾ ਸਾਨੂੰ। ਠੀਕ ਹੈ ਕਿ ਪੰਜਾਬ ਸਰਕਾਰ ਨੇ ਅੱਜ ਜਾਂ ਉੱਥੋਂ ਦੇ ਪ੍ਰਸ਼ਾਸਨ ਨੇ, ਫਿਰੋਜ਼ਪੁਰ ਦੇ ਪ੍ਰਸ਼ਾਸਨ ਨੇ ਇਹ ਗੱਲ ਪ੍ਰਮੁਖਤਾ ਨਾਲ ਉਭਾਰੀ ਹੈ ਕਿ ਅਸੀਂ ਹਾਈ ਕੋਰਟ ਦੇ ਫੈਸਲੇ ਦਾ ਪਾਲਣ ਕਰ ਰਹੇ ਹਾਂ। ਬਿਲਕੁਲ ਠੀਕ ਹੈ, ਉਸ ਦੀ ਪਾਲਣਾ ਹੋਣੀ ਚਾਹੀਦੀ ਹੈ, ਕਿਉਂਕਿ ਹਾਈ ਕੋਰਟ ਨੇ ਕਿਹਾ ਸੀ ਕਿ ਫੈਕਟਰੀ ਦੇ 300 ਮੀਟਰ ਦੇ ਘੇਰੇ ਦੇ ਵਿੱਚ ਧਰਨਾ ਲੱਗਣਾ ਨਹੀਂ ਚਾਹੀਦਾ, ਇਸ ਨੂੰ ਚੁਕਾਇਆ ਜਾਵੇ, ਕਿਉਂਕਿ ਫੈਕਟਰੀ ਮਾਲਕ ਦਾ ਵੀ ਤਰਕ ਸੀ ਕਿ ਉਸ ਦਾ ਡੇਲੀ ਕਰੋੜਾਂ ਰੁਪਏ ਦਾ ਲਾਸ ਹੋ ਰਿਹਾ ਹੈਗਾ। ਪਰ ਹਾਈ ਕੋਰਟ ਦੇ ਵਿੱਚ ਜਾਂਦਾ ਕਿਵੇਂ ਬੰਦਾ? ਇਹਦਾ ਮਤਲਬ ਹੈ ਕਿ ਤੁਹਾਡੇ ਤੇ ਭਰੋਸਾ ਨਹੀਂ ਰਿਹਾ ਕਿਸੇ ਨੂੰ ਜੀ। ਦੂਸਰਾ ਹੈ ਕਿ ਹਾਈ ਕੋਰਟ ਦੀ ਜਿਹੜੀ ਟਿੱਪਣੀ ਹੈ, ਹਾਈ ਕੋਰਟ ਦਾ ਫੈਸਲਾ ਆਉਣਾ, ਉਹ ਇੱਕ ਆਪਣੇ ਆਪ ਦੇ ਵਿੱਚ ਇਹ ਵੀ ਸ਼ੋਅ ਕਰਦਾ ਹੈ ਕਿ ਪੰਜਾਬ ਸਰਕਾਰ ਦੀ ਨਲਾਇਕੀ ਵੱਲ ਇੰਡੀਕੇਟ ਕਰਦਾ ਹੈ ਜੀ ਕਿ ਤੁਸੀਂ ਮਸਲਿਆਂ ਨੂੰ ਨਜਿੱਠ ਨਹੀਂ ਸਕਦੇ। ਇਸ ਕਰਕੇ ਹਾਈ ਕੋਰਟ ਨੂੰ ਦਖਲ ਦੇਣਾ ਪੈਂਦਾ ਹੈ। ਤਾਂ ਸਰਕਾਰ ਨੂੰ ਪਹਿਲੇ ਦਿਨ ਤੋਂ ਇਸ ਪਾਸੇ ਜਿਹੜਾ ਧਿਆਨ ਦੇਣਾ ਬਣਦਾ ਸੀਗਾ। ਧਿਆਨ ਦੇਣਾ ਕੀ ਬਣਦਾ ਸੀ ਕਿ ਉਹਨਾਂ ਦਾ ਜਿਹੜਾ ਮਸਲਾ ਹੈਗਾ, ਬੇਸਿਕ ਸਵਾਲ ਹੈ, ਉਸ ਨੂੰ ਐਡਰੈਸ ਕੀਤਾ ਜਾਣਾ ਚਾਹੀਦਾ ਸੀ। ਦੂਸਰੀ ਤਰਫ ਬੇਲੋੜੀ ਡਿਲੇ ਬਹੁਤ ਹੋ ਗਈ। ਹੁਣ ਮੁੱਖ ਮੰਤਰੀ ਨੇ 3 ਦਿਨ ਪਹਿਲਾਂ ਉਹਨਾਂ ਧਰਨਾਕਾਰੀਆਂ ਨਾਲ ਮੀਟਿੰਗ ਕੀਤੀ ਜੀ। ਇਹ ਮਸਲੇ ਜਿਹੜੇ ਇੰਨੇ ਉਲਝੇ ਹੁੰਦੇ, ਪੇਚੀਦਾ ਹੋ ਜਾਂਦੇ ਨੇ, ਕਿਉਂਕਿ ਜਦੋਂ ਧਰਨਾ ਲੱਗਿਆ ਸੀ ਉਦੋਂ ਜੇ ਤੁਸੀਂ ਉਹਨਾਂ ਨਾਲ ਡਾਇਲੌਗ ਸ਼ੁਰੂ ਕਰਦੇ ਤਾਂ ਮਸਲਾ ਨਜਿੱਠਿਆ ਜਾਣਾ ਸੀਗਾ ਜੀ। ਤੁਸੀਂ ਉਸੇ ਦਿਨ ਕਮੇਟੀ ਬਣਾ ਕੇ ਉਹਨਾਂ ਦੀ ਤਸੱਲੀ ਕਰਾਉਂਦੇ ਤਾਂ ਇਹ ਮੋਰਚਾ ਪੱਕੇ ਮੋਰਚੇ 'ਚ ਤਬਦੀਲ ਨਹੀਂ ਹੋਣਾ ਸੀ। ਪਰ ਜਦੋਂ ਡਿਲੇ ਹੁੰਦੀ ਗਈ, ਜਿਉਂ-ਜਿਉਂ ਸਮਾਂ ਬੀਤਦਾ ਗਿਆ, ਉਹ ਮੋਰਚਾ ਜਿਹੜਾ ਹੋਰ ਪਕੇਰਾ ਹੁੰਦਾ ਗਿਆ ਜੀ, ਉਹ ਹੋਰ ਮੈਚੁਰ ਹੁੰਦਾ ਗਿਆ। ਹੁਣ ਉਹਨਾਂ ਦੇ ਵਕਾਰ ਦਾ ਸਵਾਲ ਬਣ ਗਿਆ। ਫਿਰ ਉਹਨਾਂ ਦੀ ਡਿਮਾਂਡ ਵੀ ਇਹ ਹੋ ਗਈ ਕਿ ਫੈਕਟਰੀ ਬੰਦ ਕਰੋ। ਹੁਣ ਠੀਕ ਹੈ ਕਿ ਉਹਨਾਂ ਦੀ ਇਹ ਤਕਲੀਫ ਹੋ ਸਕਦੀ ਹੈ, ਉਸ ਤਕਲੀਫ ਚੋਂ ਨਿਕਲੀ ਹੋਈ ਗੱਲ ਹੋ ਸਕਦੀ ਹੈ ਕਿ ਫੈਕਟਰੀ ਨੂੰ ਤਾਲਾ ਲਾਇਆ ਜਾਵੇ। ਪਰ ਮੈਨੂੰ ਲੱਗਦਾ ਹੈ ਕਿ ਨਿਰਪੱਖ ਤੌਰ ਤੇ ਦੇਖੀਏ ਕਿ ਉਹਨਾਂ ਪ੍ਰਦਰਸ਼ਨਕਾਰੀਆਂ ਦੀ ਮੰਗ ਇਹ ਨਹੀਂ ਹੋਣੀ ਚਾਹੀਦੀ ਕਿ ਫੈਕਟਰੀ ਨੂੰ ਤਾਲਾ ਲਾਇਆ ਜਾਵੇ ਜੀ, ਉਹਨਾਂ ਦੀ ਜਾਂ ਫੈਕਟਰੀ ਨੂੰ ਬੰਦ ਕੀਤਾ ਜਾਵੇ। ਉਹਨਾਂ ਦੀ ਮੰਗ ਹੋਣੀ ਚਾਹੀਦੀ ਹੈ ਕਿ ਜਿਹੜਾ ਫੈਕਟਰੀ ਦਾ ਪੋਲੂਟਡ ਵਾਟਰ ਹੈ ਉਹ ਬੰਦ ਹੋਣਾ ਚਾਹੀਦਾ ਜੀ। ਸੋ ਇਸ ਕਿਸਮ ਦੀਆਂ ਦੋਨੇ ਤਰਫਾਂ ਤੋਂ ਗੱਲਾਂ ਅੱਗੇ ਵਧਣੀਆਂ ਚਾਹੀਦੀਆਂ ਸੀ, ਜਿਹੜੀਆਂ ਨਹੀਂ ਵੱਧ ਸਕੀਆਂ। ਹੁਣ ਜਦੋਂ ਸਿਰ ਤੋਂ ਪਾਣੀ ਲੰਘ ਗਿਆ ਤਾਂ ਪੁਲਿਸ ਮੁਕੱਦਮੇ ਵੀ ਦਰਜ ਕੀਤੇ ਨੇ, ਉਹਨਾਂ ਨੂੰ ਲੋਕਾਂ ਨੂੰ ਅਰੈਸਟ ਵੀ ਕੀਤਾ ਹੈ, ਜਿਹਦੇ ਨਾਲ ਮਸਲੇ ਜਿਹੜੇ ਹੋਰ ਅੱਗੇ ਵਧਣੇ ਨੇ।
ਇਹੀ ਹੁੰਦਾ ਕਿ ਸਰਕਾਰ ਹੈ ਜਿਹੜੀ ਇੱਕ ਤਰੀਕੇ ਨਾਲ ਲੋਕਾਂ ਨੂੰ ਇਹ ਪਰਸੈਪਸ਼ਨ ਬਣਨ ਲੱਗੀ ਹੈ ਕਿ ਮਸਲਿਆਂ ਨੂੰ ਨਜਿੱਠਣ ਦੇ ਵਿੱਚ ਇੱਕ ਬੇਲੋੜੀ ਡਿਲੇ ਕਰ ਦਿੰਦੀ ਹੈ, ਔਰ ਇਹਨਾਂ ਨੂੰ ਮਸਲਿਆਂ ਨੂੰ ਨਜਿੱਠਣ ਦੇ ਲਈ ਇਹਨਾਂ ਕੋਲੇ ਉਸ ਕਿਸਮ ਦੀ ਜਿਹੜੀ ਸਮਝ ਨਹੀਂ ਹੈ। ਜੀ ਚਰਨਜੀਤ ਜੀ, ਆਮ ਤੌਰ ਤੇ ਅਸੀਂ ਅਕਸਰ ਦੇਖਦੇ ਹਾਂ, ਤੁਸੀਂ ਵੀ ਲੰਬਾ ਸਮਾਂ ਹੋ ਗਿਆ ਪੱਤਰਕਾਰੀ ਕਰ ਰਹੇ ਹੋ, ਵੀ ਕੋਈ ਵੀ ਸਰਕਾਰ ਨਵੀਂ ਬਣਦੀ ਹੈ ਤਾਂ ਉਸ ਦਾ ਪਹਿਲਾ ਸਾਲ, ਪਹਿਲੇ 2-3 ਵਾਰੀ ਤਾਂ ਕਹਿ ਦਈਏ ਬੜੇ ਸੁੱਖ ਸ਼ਾਂਤੀ ਨਾਲ ਨਿਕਲਦੇ ਨੇ। ਇਹੋ ਜਿਹੇ ਰੋਸ ਪ੍ਰਦਰਸ਼ਨ ਜਿਹੜੇ ਨੇ ਉਹ ਜਾ ਕੇ ਚੌਥੇ ਜਾਂ 5ਵੇਂ ਸਾਲ ਦੇ ਵਿੱਚ ਪੰਜਾਬ 'ਚ ਲੱਗਦੇ ਨੇ। ਪਰ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਣੇ 9 ਮਹੀਨੇ ਪੂਰੇ ਹੋ ਚੁੱਕੇ ਨੇ, ਤੇ 9 ਮਹੀਨਿਆਂ 'ਚ ਗੱਲ ਕਰੀਏ ਤਾਂ ਪਹਿਲੇ 1 ਮਹੀਨਾ ਛੱਡ ਕੇ ਹੀ ਜਿਹੜਾ ਹੈਗਾ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਰੋਸ ਪ੍ਰਦਰਸ਼ਨ ਜਿਹੜੇ ਨੇ ਲੱਗਣੇ ਸ਼ੁਰੂ ਹੋ ਗਏ ਸੀ, ਸਾਨੂੰ ਦੇਖਣ ਨੂੰ ਮਿਲ ਰਿਹਾ ਸੀ, ਆਪਾਂ ਕਵਰ ਕਰ ਰਹੇ ਸੀ। ਅਸੀਂ ਜਾਣਨਾ ਚਾਹਾਂਗੇ ਇਸ ਦਾ ਕਾਰਨ ਕੀ ਹੈ, ਵੀ ਕਿ ਸਰਕਾਰ ਬਣਦੇ ਹੀ ਪਹਿਲੀ ਵਾਰ ਹੋਇਆ ਕਿ ਪਹਿਲੇ ਵਾਰੇ 'ਚ ਇੰਨੇ ਜਿਹੜੇ ਰੋਸ ਪ੍ਰਦਰਸ਼ਨ ਹੋ ਰਹੇ ਨੇ, ਤੁਸੀਂ ਕਿਵੇਂ ਦੇਖਦੇ ਹੋ? ਦੇਖੋ ਆਤਿਸ਼, ਇਹ ਹੈਗਾ ਕਿ ਜਿਹੜੀ ਆਮ ਆਦਮੀ ਪਾਰਟੀ ਹੈ, ਜਿਹੜੀ ਇਹਦੀ ਪੈਦਾਇਸ਼ ਹੈ ਜਾਂ ਇਹਦਾ ਆਪਾਂ ਜਨਮ ਕਹਿ ਲਈਏ ਜੀ, ਉਹੀ ਧਰਨੇ ਮੁਜ਼ਾਹਰਿਆਂ ਤੋਂ ਹੋਇਆ। ਬਿਲਕੁਲ ਰਾਮਲੀਲਾ ਮੈਦਾਨ ਦੇ ਵਿੱਚ ਐਂਟੀ ਕਰਪਸ਼ਨ ਮੂਵ ਜਿਹੜੀ ਚੱਲੀ ਸੀ, ਇੱਕ ਵੱਡਾ ਪ੍ਰਦਰਸ਼ਨ ਹੋਇਆ ਸੀ, ਉਸ ਪ੍ਰਦਰਸ਼ਨ ਦੇ ਵਿੱਚੋਂ ਇਹ ਪਾਰਟੀ ਨਿਕਲੀ ਹੈ ਧਰਨੇ ਮੁਜ਼ਾਹਰਿਆਂ ਤੋਂ। ਵੈਸੇ ਵੀ ਧਰਨੇ ਮੁਜ਼ਾਹਰਿਆਂ ਨੂੰ ਅਸੀਂ ਇੱਕ ਨੈਗੇਟਿਵ ਸੈਂਸ ਦੇ ਵਿੱਚ ਨਹੀਂ ਲੈਣਾ ਚਾਹੀਦਾ, ਖਾਸ ਕਰਕੇ ਇਸ ਪਾਰਟੀ ਨੂੰ ਜਿਹਦੀ ਹੋਂਦੀ ਉੱਥੋਂ ਪੈਦਾ ਹੋਈ ਹੈ, ਜਨਮੀ ਉੱਥੋਂ ਹੈ, ਬਰਥ ਉੱਥੋਂ ਹੋਇਆ। ਕਿਉਂਕਿ ਧਰਨੇ ਮੁਜ਼ਾਹਰੇ ਕਿਸੇ ਕਿਸਮ ਦਾ ਜਿਹੜਾ ਪ੍ਰੋਟੈਸਟ ਹੈ ਉਹ ਇੱਕ ਜਿਉਂਦੇ ਸਮਾਜ ਦੀ ਨਿਸ਼ਾਨੀ ਹੈ ਚੰਗੀ ਜੀ, ਜਾਂ ਆਪਾਂ ਕਹਿ ਲਈਏ ਇੱਕ ਸਿਹਤਮੰਦ ਜਾਂ ਤੰਦਰੁਸਤ ਜਮਹੂਰੀਅਤ ਹੈ, ਉਹਦਾ ਇੱਕ ਸਿੰਬਲ ਹੈ ਜੀ। ਕਿਉਂਕਿ ਜੇ ਇਹ ਤਾਂ ਕਦੇ ਨਹੀਂ ਹੁੰਦਾ ਕਿ ਸੋਸਾਇਟੀ ਦੇ ਵਿੱਚੋਂ ਅਸਹਿਮਤੀ ਹੈ ਜਿਹੜੀ ਉਹ ਖਤਮ ਹੋ ਜਾਏਗੀ ਕਦੇ ਤੇ ਸਾਰੀ ਇੱਕ ਸੁਰ ਹੋਏਗੀ, ਇਹ ਸਰਕਾਰ ਨੂੰ ਸਮਝਣਾ ਵੀ ਨਹੀਂ ਚਾਹੀਦਾ। ਕਿਉਂਕਿ ਧਰਨੇ ਮੁਜ਼ਾਹਰੇ ਤਾਂ ਹਮੇਸ਼ਾ ਸੋਸਾਇਟੀ 'ਚ ਮੌਜੂਦ ਰਹੇ ਨੇ। ਇਹ ਵੱਖਰੀ ਗੱਲ ਹੈ ਕਿ ਸਾਡੀਆਂ ਜਿਹੜੀਆਂ ਆਪੋਜੀਸ਼ਨ ਹੁੰਦੀ ਹੈ, ਚਾਹੇ ਸੈਂਟਰ ਦੇ ਵਿੱਚ, ਚਾਹੇ ਸਟੇਟਾਂ ਦੇ ਵਿੱਚ, ਸੂਬਿਆਂ ਦੇ ਵਿੱਚ, ਉਹ ਵੀ ਉਸ ਕਿਸਮ ਦਾ ਲੋਕਾਂ ਦੀ ਆਵਾਜ਼ ਬਣ ਕੇ ਉਹਦਾ ਪ੍ਰਤੀਨਿਧਤਾ ਨਹੀਂ ਕਰਦੀਆਂ, ਜਿਸ ਕਰਕੇ ਦੂਸਰੀਆਂ ਧਿਰਾਂ, ਚਾਹੇ ਕਿਸਾਨਾਂ ਦੀਆਂ ਹੋਣ, ਮਜ਼ਦੂਰਾਂ ਦੀਆਂ ਹੋਣ, ਨੌਜਵਾਨਾਂ ਦੀਆਂ ਹੋਣ, ਮੁਲਾਜ਼ਮਾਂ ਦੀਆਂ ਹੋਣ, ਉਹਨਾਂ ਨੂੰ ਕੁੱਦਣਾ ਪੈਂਦਾ ਹੈ ਜੀ। ਕਿਉਂਕਿ ਇਹਨਾਂ ਦੀ ਜਿਹੜੀ ਆਪੋਜੀਸ਼ਨ ਦੀ ਹੁੰਦੀ ਹੈ ਹਮੇਸ਼ਾ ਕੁਰਸੀ ਦੀ ਲੜਾਈ ਹੁੰਦੀ ਹੈ, ਸੱਤਾ ਦੀ ਲੜਾਈ ਹੁੰਦੀ ਹੈ, ਹਾਸਲ ਕਰਨ ਦੀ ਲੜਾਈ ਹੁੰਦੀ ਹੈ। ਇਸ ਕਰਕੇ ਲੋਕਾਂ ਦੇ ਹਿੱਤਾਂ ਦੀ ਗੱਲ ਹੈ ਜਿਹੜੀ ਉਹ ਸਿਰਫ ਇਸ ਕਰਕੇ ਕਰਦੇ ਤਾਂ ਕਿ ਉਹ ਜਿਹੜੀ ਸੱਤਾ ਪ੍ਰਾਪਤ ਕਰ ਸਕਣ ਜੀ। ਸੋ ਜਿਸ ਤਰ੍ਹਾਂ ਤੁਸੀਂ ਗੱਲ ਕਰਦੇ ਹੋ ਕਿ ਪਹਿਲੇ 8 ਮਹੀਨਿਆਂ ਦੇ ਵਿੱਚ ਧਰਨੇ ਲੱਗੇ, ਬਿਲਕੁਲ ਠੀਕ ਹੈ ਤੁਹਾਡੀ ਗੱਲ ਕਿ ਪਿਛਲੀਆਂ ਸਰਕਾਰਾਂ ਦਾ ਪਹਿਲਾ ਸਾਲ ਹੁੰਦਾ ਹੈ ਉਹ ਤਕਰੀਬਨ ਸੌਖਾ ਲੱਗ ਜਾਂਦਾ ਹੈ। ਆਮ ਲੋਕ ਵੀ ਥੋੜਾ ਜਿਹਾ ਟਾਈਮ ਦੇ ਦਿੰਦੇ ਨੇ, ਪਰ ਇਹਦੇ ਵਿੱਚ ਜਿਸ ਤਰ੍ਹਾਂ ਵਜ੍ਹਾ ਜਾਣਨ ਦੀ ਗੱਲ ਕਰਦੇ ਸੀ, ਉਹਦੇ ਵਿੱਚ ਇਹ ਸੀ ਕਿ ਇਸ ਸਰਕਾਰ ਨੇ ਬਹੁਤ ਸਾਰੀਆਂ ਬੇਲੋੜੀਆਂ ਜਿਹੜੀਆਂ ਲੋਕਾਂ ਨਾਲ ਕਮਿਟਮੈਂਟਸ ਕਰ ਲਈਆਂ ਸੀ ਜੀ। ਉਹ ਇੱਕ ਮੇਨ ਵਜ੍ਹਾ ਲੱਗਦਾ ਹੈਗਾ ਕਿ ਜਿਸ ਤਰ੍ਹਾਂ ਜ਼ੀਰੋ ਬਿੱਲ ਵਾਲੀ ਗੱਲ ਸੀ, ਲੋਕਾਂ ਨੇ ਡਿਮਾਂਡ ਨਹੀਂ ਕੀਤੀ ਸੀ ਕਿ ਸਾਨੂੰ ਫ੍ਰੀ ਯੂਨਿਟ ਬਿਜਲੀ ਦਿਓ, ਬਿਲਕੁਲ ਉਹ ਤਾਂ ਸਸਤੀ ਬਿਜਲੀ ਦੀ ਮੰਗ ਕਰਦੇ ਸੀਗੇ। ਫਿਰ ਤੁਸੀਂ 1000 ਰੁਪਇਆ ਕਹਿੰਦਾ ਕਿ ਔਰਤਾਂ ਨੂੰ ਅਸੀਂ ਦੇਵਾਂਗੇ ਜੀ, ਉਹ ਵੀ ਲੋਕਾਂ ਦੀ ਕਦੇ ਮੰਗ ਨਹੀਂ ਰਹੀ ਸੀ। ਇਸ ਤਰ੍ਹਾਂ ਜਿਹੜੀ ਤੁਸੀਂ ਬੇਲੋੜੀਆਂ ਕਮਿਟਮੈਂਟਸ ਕਰ ਲੈਂਦੇ ਹੋ, ਫਿਰ ਤੁਹਾਡੇ ਕੋਲ ਰੈਵਨਿਊ ਦੇ ਸਰੋਤ ਨਹੀਂ ਹੁੰਦੇ ਜੀ, ਤਾਂ ਤੁਸੀਂ ਉਸ ਕਮਿਟਮੈਂਟਸ ਤੇ ਪੂਰਾ ਨਹੀਂ ਉਤਰ ਸਕਦੇ, ਖਰੇ ਨਹੀਂ ਉਤਰ ਸਕਦੇ, ਕਿਉਂਕਿ ਤੁਹਾਡੇ ਕੋਲ ਸਰੋਤ ਨਹੀਂ ਹੈਗੇ ਜੀ। ਇਸ ਕਰਕੇ ਇੱਕ ਤਾਂ ਇਹ ਗੱਲ ਇਹਨਾਂ ਦੀ ਰਹੀ ਹੈ। ਦੂਸਰੀਆਂ ਲੋਕਾਂ ਦੀਆਂ ਉਮੀਦਾਂ ਬਹੁਤ ਵੱਧ ਜਾਂਦੀਆਂ ਨੇ। ਲੋਕਾਂ ਨੇ ਇਹ ਤਾਂ ਮੰਨ ਹੀ ਲਿਆ ਸੀ ਕਿ ਪੁਰਾਣੀਆਂ ਧਿਰਾਂ ਜਿਹੜੀਆਂ ਟ੍ਰੈਡੀਸ਼ਨਲ ਪਾਰਟੀਆਂ ਨੇ ਉਹ ਤਾਂ ਹੈ ਹੀ ਇਹੋ ਜਿਹੀਆਂ ਨੇ ਜੀ। ਇਹਨਾਂ ਨੇ ਚੋਣਾਂ ਦੇ ਵਿੱਚ ਵੀ ਇਹ ਕਮਿਟਮੈਂਟ ਕੀਤੀ ਕਿ ਅਸੀਂ ਨਵੀਆਂ ਚੀਜ਼ਾਂ, ਬਿਲਕੁਲ ਅਸੀਂ ਉਹਨਾਂ ਨੂੰ ਅਲੱਗ ਆ। ਤਾਂ ਉਹ ਲੋਕ ਚਾਹੁੰਦੇ ਨੇ ਕਿ ਫਿਰ ਜੇ ਤੁਸੀਂ ਅਲੱਗ ਹੋ ਤਾਂ ਲੋਕਾਂ ਦੀਆਂ ਆਸਾਂ ਜਿਹੜੀਆਂ ਉਮੀਦਾਂ ਉਹ ਵੀ ਅਲੱਗ ਕਿਸਮ ਦੀਆਂ ਸੀ ਜੀ। ਹੁਣ ਇਹਨਾਂ ਨੂੰ ਤਾਂ ਇਹ ਵੀ ਲੱਗਦਾ ਹੋਏਗਾ ਕਿ ਲੋਕਾਂ ਨੇ ਬਦਲਾਅ ਮੰਗਿਆ ਸੀ, ਹੁਣ ਬਦਲਾਅ ਆ ਗਿਆ, ਹੁਣ ਤਾਂ ਮੁਜ਼ਾਹਰੇ ਦੀ ਕੀ ਲੋੜ ਹੈ ਜੀ। ਮਸਲਾ ਇਹ ਨਹੀਂ, ਹੁਣ ਤੁਹਾਡਾ ਮਸਲਾ ਇਹ ਹੈ ਕਿ ਲੋਕਾਂ ਦੇ ਮਸਲੇ ਤੁਸੀਂ ਕਿੰਨੇ ਹੱਲ ਕੀਤੇ, ਜਾਂ ਜਿਹੜੀਆਂ ਕਮਿਟਮੈਂਟਸ ਕੀਤੀਆਂ ਉਹ ਕਿੰਨੀਆਂ ਪੂਰੀਆਂ ਕੀਤੀਆਂ। ਔਰ ਇਸ ਤੋਂ ਬੁਨਿਆਦੀ ਸਵਾਲ ਜਿਹੜਾ ਆਤਿਸ਼ ਵੱਡਾ ਉਹ ਇਹ ਹੈਗਾ, ਉਹ ਹੈਗਾ ਬੇਭਰੋਸਗੀ ਦਾ ਜੀ। ਹੁਣ ਤੁਹਾਡੇ ਚੇਤੇ ਹੋਏਗਾ ਜਦੋਂ ਕੈਪਟਨ ਅਮਰਿੰਦਰ ਸਿੰਘ 2017 ਦੀਆਂ ਪ੍ਰਚਾਰ ਕਰ ਰਹੇ ਸੀ ਤਾਂ ਉਹਨਾਂ ਨੇ ਗੁਟਕਾ ਸਾਹਿਬ ਦੀ ਸਹੁੰ ਚੁੱਕੀ ਸੀ ਜੀ, ਬਿਲਕੁਲ ਕਿ ਮੈਂ 4 ਹਫ਼ਤਿਆਂ 'ਚ ਨਸ਼ਾ ਜਿਹੜਾ ਉਹ ਖਤਮ ਕਰ ਦਿਆਂਗਾ। 5 ਸਾਲ ਉਹ ਗੁਟਕਾ ਸਾਹਿਬ ਦੀ ਸਹੁੰ ਦੀ ਜਿਹੜੀ ਚਰਚਾ ਹੁੰਦੀ ਰਹੀ ਜੀ, ਕਿ ਜਿਹੜਾ ਬੰਦਾ ਗੁਰੂ ਗ੍ਰੰਥ ਸਾਹਿਬ ਨੂੰ ਜਾਂ ਗੁਟਕਾ ਸਾਹਿਬ ਨੂੰ ਉਹਦਾ ਆਦਰ ਨਹੀਂ ਕਰ ਸਕਦਾ, ਸਤਿਕਾਰ ਨਹੀਂ ਕਰ ਸਕਦਾ, ਉਹਦੀ ਕਮਿਟਮੈਂਟ ਜਿਹੜੀ ਕੀਤੀ ਹੈ ਫੜ ਕੇ ਹੱਥ 'ਚ ਸਹੁੰ ਚੁੱਕੀ ਹੈ ਉਹਦੇ ਨਹੀਂ ਖਰਾ ਉਤਰ ਸਕਦਾ, ਤਾਂ ਲੋਕਾਂ ਦੀਆਂ ਉਮੀਦਾਂ ਤੇ ਕਿਵੇਂ ਖਰਾ ਉਤਰੇਗਾ ਜੀ। ਬਿਲਕੁਲ ਤੁਹਾਡੇ ਯਾਦ ਹੋਏਗਾ ਪਿੱਛੇ ਕੁਲਤਾਰ ਸਿੰਘ ਸੰਧਵਾ ਜਿਹੜੇ ਵਿਧਾਨ ਸਭਾ ਦੇ ਸਪੀਕਰ ਹੈ, ਉਹ ਬਰਗਾੜੀ ਮੋਰਚਾ ਜਿਹੜਾ ਚੱਲ ਰਿਹਾ ਉਹਦੇ ਵਿੱਚ ਗਏ ਸੀ ਤੇ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਦੇ ਵਿੱਚ ਕਮਿਟਮੈਂਟ ਕਰਕੇ ਆਏ ਸੀ ਕਿ 1.5 ਮਹੀਨੇ ਦੇ ਵਿੱਚ ਅਸੀਂ ਤੁਹਾਨੂੰ ਇਹਦਾ ਇਨਸਾਫ ਦੇਵਾਂਗੇ ਜੀ, ਤੇ ਅੱਜ ਤੱਕ ਨਹੀਂ ਦਿੱਤਾ। ਕੱਲ ਕੁਲਦੀਪ ਢਾਲੀਵਾਲ ਤੇ ਇਸੇ ਨੂੰ ਗੱਲ ਨੂੰ ਲੈ ਕੇ ਸਵਾਲ ਵੀ ਉੱਠੇ ਨੇ ਜੀਰਾ ਮੋੜ। ਲੋਕ ਕਹਿੰਦੇ ਕਿ ਜਿਹੜੀ ਤੁਸੀਂ ਕਹਿੰਦੇ ਹੋ ਉਹ ਤੁਸੀਂ ਕਰਦੇ ਨਹੀਂ। ਚਾਹੇ ਮੁੱਖ ਮੰਤਰੀ ਇਹ ਕਹਿੰਦੇ ਨੇ ਕਿ ਅਸੀਂ ਕਹਿਣੀ ਤੇ ਕਰਨੀ ਦੇ ਪੱਕੇ ਹੈਗੇ ਆ, ਪਰ ਇਹ ਆਪਣੇ ਆਪ 'ਚ ਸਰਕਾਰ ਨੂੰ ਸੋਚਣਾ ਚਾਹੀਦਾ ਇਸ ਨੂੰ ਕਿ ਜੇ ਇਦਾਂ ਦਾ ਮਾਹੌਲ ਪੈਦਾ ਹੋਏਗਾ ਬੇਭਰੋਸਗੀ ਵਾਲਾ, ਫਿਰ ਤੁਹਾਡੀ ਕਿਸੇ ਗੱਲ ਤੇ ਕੋਈ ਯਕੀਨ ਨਹੀਂ ਕਰਨਗੇ। ਇਹ ਇੱਕ ਵੱਡੀ ਜਿਹੜੀ ਸੱਟ ਹੈ ਉਹ ਲੱਗੇਗੀ
ਇੱਕ ਇਹਨਾਂ ਕੋਲ ਇਹ ਵੀ ਹੈ ਕਿ ਇੱਕ ਗੈਰ ਤਜਰਬੇਕਾਰ ਨੇ ਜੀ ਮਸਲਿਆਂ ਨੂੰ ਮੁੱਢਲੇ ਪੜਾਅ ਤੇ ਹੱਲ ਕੀਤਾ ਜਾਣਾ ਹੁੰਦਾ ਹੈ। ਇੱਕ ਨੌਕਰਸ਼ਾਹੀ ਵੀ ਬਹੁਤ ਸਾਰੇ ਦੇ ਅੜਿੱਕੇ ਆ ਜਿਹੜੇ ਪਾ ਰਹੀ ਹੈ। ਬਿਲਕੁਲ। ਜਿਸ ਤਰ੍ਹਾਂ ਹੁਣ ਤੁਸੀਂ ਮਿਸਾਲ ਦੇ ਤੌਰ ਤੇ ਕੁਲਦੀਪ ਢਾਲੀਵਾਲ ਨੇ ਪਰਸੋਂ ਚੌਥ ਜਲੰਧਰ ਦੇ ਵਿੱਚ ਮੀਟਿੰਗ ਕੀਤੀ ਹੈ। ਪਹਿਲਾਂ ਉਹਨਾਂ ਨੇ ਕਿਸਾਨਾਂ ਨਾਲ ਇੱਥੇ ਮੀਟਿੰਗ ਕੀਤੀ ਸੀ ਜੀ ਕੁਝ ਦਿਨ ਪਹਿਲਾਂ। ਤਾਂ ਬਹੁਤ ਸਾਰੀਆਂ ਮਸਲਾ ਈਵਨ ਜਿਹੜੀਆਂ ਮੁੱਖ ਮੰਤਰੀ ਦੀਆਂ ਮੀਟਿੰਗਾਂ ਕਿਸਾਨਾਂ ਨਾਲ ਹੁੰਦੀਆਂ, ਉਹਨਾਂ ਕਿਸੇ ਵੀ ਮੀਟਿੰਗਾਂ ਦੇ ਕੋਈ ਮਿੰਟਸ ਨਹੀਂ ਤਿਆਰ ਹੁੰਦੇ ਜੀ, ਉਹਨਾਂ ਨੂੰ ਰਿਕਾਰਡ ਤੇ ਨਹੀਂ ਲਿਆਂਦਾ ਜਾਂਦਾ। ਤਾਂ ਉੱਥੇ ਤੁਸੀਂ ਕਹਿੰਦੇ ਨੇ ਕਿ ਅਸੀਂ ਸਹਿਮਤ ਹਾਂ ਕਿ ਬੇਲੋੜੀਆਂ ਮੰਗਾਂ ਹੁੰਦੀਆਂ ਨੇ ਜਿਹੜੀਆਂ ਅਸਲ ਹੁੰਦਾ ਕਿ ਤੁਹਾਡੀ ਸਹਿਮਤੀ, ਤੁਸੀਂ ਕਹਿੰਦੇ ਨੇ ਕਿ ਇਹ ਤੁਹਾਡੀ ਮੰਗ ਪੂਰੀ ਕਰ ਦਿਆਂਗੇ, ਪਰ ਤੁਹਾਡਾ ਕਾਨੂੰਨ ਆ ਜਿਹੜਾ ਉਹ ਇਜਾਜ਼ਤ ਨਹੀਂ ਦਿੰਦਾ ਉਸ ਗੱਲ ਲਈ। ਬਿਲਕੁਲ। ਫਿਰ ਇੱਕ ਗੈਪ ਪੈਦਾ ਹੋ ਜਾਂਦਾ ਹੈ। ਤੁਸੀਂ ਸਹਿਮਤੀ ਦੇਤੀ, ਲੋਕਾਂ ਦੀ ਉਮੀਦ ਹੈ ਜਿਹੜੀ ਵਧਾ ਦਿੱਤੀ, ਫਿਰ ਉਹ ਕਹਿੰਦੇ ਲਾਗੂ ਕਰੋ, ਕਾਨੂੰਨ ਕਹਿੰਦੇ ਲਾਗੂ ਹੋ ਨਹੀਂ ਸਕਦਾ ਕਿਉਂਕਿ ਕੋਈ ਵੀ ਚੀਜ਼ ਰਿਕਾਰਡ ਤੇ ਨਹੀਂ ਹੁੰਦੀ। ਫਿਰ ਤੁਹਾਡੇ ਇਹ ਵੀ ਨਹੀਂ ਚੇਤੇ ਰਹਿੰਦਾ ਕਿ ਕਿਹੜੀ ਮੰਗ ਤੇ ਸਹਿਮਤੀ ਦਿੱਤੀ ਸੀ, ਕਿਹੜੀ ਤੇ ਨਹੀਂ ਦਿੱਤੀ ਸੀ। ਜੀ, ਜਿਸ ਤਰ੍ਹਾਂ ਵਿਧਾਨ ਸਭਾ ਦਾ ਅਸੀਂ ਲਾਈਵ ਕਰਤਾ, ਜਾਂ ਤਾਂ ਫਿਰ ਇਹ ਕਰਦੇ ਨੇ ਕਿ ਅਸੀਂ ਜਿੰਨੀਆਂ ਮੀਟਿੰਗਾਂ ਹੋਇਆ ਕਰਨਗੀਆਂ ਪ੍ਰਦਰਸ਼ਨਕਾਰੀਆਂ ਨਾਲ ਲਾਈਵ ਕਰਿਆ ਕਰਾਂਗੇ ਜੀ, ਉਹ ਲੋਕ ਚੇਤੇ ਕਰਾ ਦਿਆ ਕਰਨਗੇ ਕਿ ਸਹਿਮਤੀ ਦਿੱਤੀ ਸੀ ਜਾਂ ਨਹੀਂ ਦਿੱਤੀ ਸੀ, ਜਾਂ ਉਹਨੂੰ ਔਨ ਰਿਕਾਰਡ ਲਿਆਂਦਾ ਜਾਵੇ। ਬਿਊਰੋਕ੍ਰੇਸੀ ਕਿਸੇ ਚੀਜ਼ ਨੂੰ ਔਨ ਰਿਕਾਰਡ ਲੈ ਕੇ ਨਹੀਂ ਆਉਂਦੀ ਜੀ। ਬਿਲਕੁਲ। ਔਰ ਪੋਲੀਟੀਕਲੀ ਇਹਨਾਂ ਲੋਕਾਂ ਕੋਲੇ ਜਿਸ ਤਰ੍ਹਾਂ ਪੁਰਾਣੀਆਂ ਪਾਰਟੀਆਂ ਸੀ, ਠੀਕ ਆ ਉਹਨਾਂ 'ਚ 100 ਖੋਟ ਹੋ ਸਕਦੇ ਨੇ, ਉਹਨਾਂ ਖੋਟਾਂ ਕਰਕੇ ਲੋਕਾਂ ਨੇ ਤਬਦੀਲ ਕੀਤਾ ਉਹਨਾਂ ਨੂੰ ਬਿਲਕੁਲ ਨੀਚੇ ਲਿਆਂਦਾ। ਤੇ ਇਹ ਪਾਰਟੀ ਨਵੀਂ ਹੈ, ਨਵੀਂ ਪਾਰਟੀ ਚਲੋ ਠੀਕ ਹੈ, ਤੁਹਾਨੂੰ ਤਜਰਬਾ ਨਹੀਂ ਤਾਂ ਤੁਹਾਨੂੰ ਸਿੱਖਣ ਦੀ ਲੋੜ ਹੈ। ਜੇ ਤੁਸੀਂ ਲਰਨ ਕਰੋਗੇ, ਤੁਹਾਡੇ ਕੋਲ ਫੀਡਬੈਕ ਆਏਗੀ ਤਾਂ ਉਹਦੇ ਵਿੱਚ ਤੁਸੀਂ ਸਿੱਖੋਗੇ, ਉਸ ਸਿੱਖਣ ਦੀ ਪ੍ਰੋਸੈਸ ਦੇ ਵਿੱਚ ਤੁਹਾਡੀ ਇੱਕ ਸਮਝ ਪੈਦਾ ਹੋਏਗੀ। ਪਰ ਇਹਦੇ ਕੋਲ ਕੋਈ ਇਸ ਕਿਸਮ ਦੇ ਪੋਲੀਟੀਕਲ ਚਿਹਰੇ ਨਹੀਂ ਇਸ ਪਾਰਟੀ ਕੋਲ ਕਿ ਜਿਹੜੇ ਲੋਕਾਂ ਨੂੰ ਕਨਵਿੰਸ ਕਰਾ ਸਕਣ। ਉਸ ਤਰ੍ਹਾਂ ਦੀ ਜਿਹੜੀ ਸਿਆਸੀ ਸੂਝ-ਬੂਝ ਹੁੰਦੀ ਹੈ ਉਹ ਵੀ ਇਸ ਪਾਰਟੀ ਕੋਲ ਹੈ ਨਹੀਂ ਜੀ। ਤਾਂ ਇਹ ਕੁਝ ਕਮੀਆਂ ਹੈਗੀਆਂ ਨੇ ਜਿਹਦਾ ਕਰਕੇ ਇਸ ਕਿਸਮ ਦਾ ਜਿਹੜਾ ਮਾਹੌਲ ਹੈ ਸਟੇਟ ਦੇ ਵਿੱਚ ਬਣਿਆ ਹੋਇਆ ਹੈ। ਹਾਲਾਂਕਿ ਜਿਹੜੀਆਂ ਕਿਸਾਨ ਧਿਰਾਂ ਨੇ ਜਾਂ ਮਜ਼ਦੂਰ ਧਿਰਾਂ ਨੇ ਜੀ, ਉਹਨਾਂ ਤੇ ਵੀ ਪੁਆਇੰਟ ਆਊਟ ਹੋਣ ਲੱਗੀਆਂ ਨੇ। ਉਹ ਕਹਿੰਦੇ ਨੇ ਕਿ ਜੀ ਇੱਕ ਸਮਾਜ ਦੇ ਵਿੱਚ ਇੱਕ ਤਬਕਾ ਇਹ ਗੱਲ ਕਰਨ ਲੱਗਿਆ ਹੈ ਕਿ ਜਿਹੜੇ ਧਰਨੇ ਮੁਜ਼ਾਹਰੇ ਨਿੱਤ ਦੇ ਇਹ ਮਾਹੌਲ ਨੂੰ ਖਰਾਬ ਕਰ ਰਹੇ ਨੇ। ਪਿੱਛੇ ਇੰਡਸਟਰੀਲਿਸਟਾਂ ਦੀ ਮੁੱਖ ਮੰਤਰੀ ਨਾਲ ਮੀਟਿੰਗ ਹੋਈ ਜੀ, ਉਹਨਾਂ ਨੇ ਵੀ ਕਿਹਾ ਕਿ ਪਹਿਲਾਂ ਸਾਨੂੰ ਤੁਸੀਂ ਮਾਹੌਲ ਦਿਓ। ਤੇ ਇਹਨਾਂ ਪ੍ਰਦਰਸ਼ਨਾਂ ਕਰਕੇ ਪੰਜਾਬ ਦੇ ਵਿੱਚ ਜਿਹੜੀ ਇਨਵੈਸਟਮੈਂਟ ਹੋਣੀ ਸੀ ਉਹ ਵੀ ਹਿੱਟ ਹੋ ਰਹੀ ਹੈ ਜੀ। ਤਾਂ ਇਹਨਾਂ ਲੋਕਾਂ ਨੂੰ ਜਿਹੜੇ ਪ੍ਰਦਰਸ਼ਨਕਾਰੀ ਆ ਉਹਨਾਂ ਨੂੰ ਵੀ ਚਾਹੀਦਾ ਕਿ ਇਸ ਤਰ੍ਹਾਂ ਦੇ ਫੈਸਲੇ ਲਈਏ, ਅਸੀਂ ਇਸ ਤਰ੍ਹਾਂ ਦੇ ਜਿਹੜੇ ਤਰੀਕਾਕਾਰ ਅਡਾਪਟ ਕਰੀਏ ਜਿਹਦੇ ਨਾਲ ਲੋਕਾਂ ਨੂੰ ਘੱਟ ਤੋਂ ਘੱਟ ਤਕਲੀਫ ਹੋਵੇ। ਜਿਹੜੀ ਸਿਆਸੀ ਜਮਾਤ ਹੈ, ਹਕੂਮਤ ਹੈ, ਉਹਨੂੰ ਵੱਧ ਤੋਂ ਵੱਧ ਤਕਲੀਫ ਹੋਵੇ। ਹਾਲਾਂਕਿ ਮੁੱਖ ਮੰਤਰੀ ਖੁਦ ਕਹਿ ਚੁੱਕੇ ਨੇ ਕਿ ਤੁਸੀਂ ਸੜਕਾਂ ਨਾ ਘੇਰੋ, ਲੋਕਾਂ ਨੂੰ ਘੱਟ ਤਕਲੀਫ ਦਿਓ। ਬਿਲਕੁਲ, ਤੁਸੀਂ ਮੰਤਰੀਆਂ ਨੂੰ ਘੇਰੋ ਜਾਂ ਉਹਨਾਂ ਦੇ ਘਰਾਂ ਅੱਗੇ ਪ੍ਰਦਰਸ਼ਨ ਕਰੋ, ਡਿਪਟੀ ਕਮਿਸ਼ਨਰ ਦਫ਼ਤਰਾਂ ਅੱਗੇ ਪ੍ਰਦਰਸ਼ਨ ਕਰੋ। ਸੋ ਇਸ ਕਰਕੇ ਪ੍ਰਦਰਸ਼ਨਕਾਰੀਆਂ ਨੂੰ ਵੀ ਨਾਲੋਂ ਨਾਲ ਸੋਚਣਾ ਪਏਗਾ ਕਿ ਜੇ ਸਾਡੇ ਪ੍ਰਦਰਸ਼ਨ ਕਰਾਂਗੇ ਤਾਂ ਸਾਡੀ ਇਨਵੈਸਟਮੈਂਟ ਵੀ ਜਿਹੜੀ ਹਿੱਟ ਹੋਏਗੀ, ਕਿਉਂਕਿ ਆਪ ਹੀ ਅਸੀਂ ਇਹ ਲੋਕ ਕਹਿੰਦੇ ਆ ਕਿ ਪੰਜਾਬ ਦੇ ਵਿੱਚ ਖੇਤੀਬਾੜੀ ਦਾ ਧੰਦਾ ਹੈ ਜਿਹੜਾ ਉਹ ਲਾਹੇਵੰਦਾ ਨਹੀਂ ਰਿਹਾ। ਜੇ ਖੇਤੀਬਾੜੀ ਦਾ ਧੰਦਾ ਲਾਹੇਵੰਦਾ ਨਹੀਂ ਰਿਹਾ ਤਾਂ ਉਹਦੇ ਅਲਟਰਨੇਟਿਵ ਤਾਂ ਸਾਨੂੰ ਲੈ ਕੇ ਆਉਣੇ ਪੈਣਗੇ। ਤਾਂ ਸਾਡੇ ਇੰਡਸਟਰੀ ਹੋਣੀ ਪਊ। ਹਰਿਆਣਾ ਸਾਡੇ ਚੋਂ ਨਿਕਲਿਆ ਹੋਇਆ ਸੂਬਾ ਹੈਗਾ, ਉਹ ਵੀ ਖੇਤੀ ਪ੍ਰਧਾਨ ਸੂਬਾ ਹੈ, ਪਰ ਹੁਣ ਉੱਥੇ ਇੰਡਸਟਰੀ ਬਹੁਤ ਹੈਗੀ ਹੈ। ਜੇ ਸਾਡੀ ਖੇਤੀ ਘਾਟੇ 'ਚ ਅਸੀਂ ਕਹਿੰਦੇ ਆ ਤਾਂ ਅਲਟਰਨੇਟਿਵ ਤਾਂ ਹੀ ਆਉਣਗੇ ਜੇ ਫੈਕਟਰੀਆਂ ਲੱਗਣਗੀਆਂ, ਸਨਅਤਾਂ ਲੱਗਣਗੀਆਂ। ਸਨਅਤਾਂ ਤਾਂ ਹੀ ਆਉਣਗੀਆਂ, ਨਿਵੇਸ਼ ਤਾਂ ਹੀ ਆਏਗਾ ਜੇ ਸੂਬੇ 'ਚ ਮਾਹੌਲ ਹੋਏਗਾ। ਸੋ ਦੋਨਾਂ ਧਿਰਾਂ ਨੂੰ ਬੈਠ ਕੇ ਸੋਚਣਾ ਚਾਹੇਗਾ। ਤੇ ਨਵੀਂ ਸਰਕਾਰ ਨੂੰ ਵੀ ਹੁਣ ਤਾਂ 9 ਮਹੀਨੇ ਦਾ ਜਿਹੜਾ ਹੋਣ ਵਾਲਾ ਹੈ ਬਹੁਤ ਸਾਰਾ ਲਰਨ ਕਰ ਲਿਆ ਹੋਏਗਾ। ਇਹਨਾਂ ਨੂੰ ਵੀ ਇਹਨਾਂ ਮੁੱਦਿਆਂ ਤੇ ਜਿਹੜੀ ਪਕੜ ਬਣਾਉਣੀ ਚਾਹੀਦੀ। ਬੇਲੋੜੇ ਜਿਹੜੇ ਡਿਲੇ ਹੈ, ਜਿਵੇਂ ਸੰਗਰੂਰ ਦੇ ਵਿੱਚ ਧਰਨਾ ਹੋਇਆ ਸੀਗਾ, ਜਦੋਂ ਪੀਕ ਤੇ ਚਲਾ ਗਿਆ ਉਦੋਂ ਗੱਲਬਾਤ ਸ਼ੁਰੂ ਕਰ ਲੈਂਦੇ। ਬਿਲਕੁਲ, ਕਿ ਸਾਰੇ ਮਸਲਿਆਂ ਨੂੰ, ਜਿਹੜੇ ਮਸਲਿਆਂ ਦੇ ਧਰਨੇ ਲੱਗ ਰਹੇ ਨੇ ਉਹਨਾਂ ਮਸਲੇ ਨੂੰ ਪਹਿਲਾਂ ਨਜਿੱਠਿਆ ਜਾਵੇ ਜੀ। ਚਰਨਜੀਤ ਜੀ, ਤੁਸੀਂ ਗੱਲ ਕਰੀਏ ਇੰਡਸਟਰੀ ਦੀ, ਤਾਂ ਪੰਜਾਬ ਦੇ ਮੁੱਖ ਮੰਤਰੀ ਜਿਹੜਾ ਹੈ ਦੱਖਣ ਦੌਰੇ ਤੇ ਜਿਹੜਾ ਗਏ ਨੇ ਤੇ ਉੱਥੇ ਇੰਡਸਟਰੀਸਟਾਂ ਨੂੰ ਅਪੀਲ ਕਰ ਰਹੇ ਨੇ ਕਿ ਪੰਜਾਬ 'ਚ ਇਨਵੈਸਟਮੈਂਟ ਕੀਤੀ ਜਾਵੇ, ਇੰਡਸਟਰੀ ਲਗਾਈ ਜਾਵੇ। ਤੁਹਾਨੂੰ ਲੱਗਦਾ ਹੈ ਕਿ ਜੋ ਪੰਜਾਬ ਦੇ ਮੌਜੂਦਾ ਹਾਲਾਤ ਨੇ ਤਾਂ ਮੁੱਖ ਮੰਤਰੀ ਦੀ ਇਸ ਅਪੀਲ ਨੂੰ ਜਿਹੜਾ ਹੈਗਾ ਕੋਈ ਬੂਰ ਪੈਂਦਾ ਦਿਖਾਈ ਦੇਵੇ? ਦੇਖੋ ਵਾਤਿਸ਼, ਗੱਲ ਇਹ ਹੈਗੀ ਹੈ ਕਿ ਪੰਜਾਬ ਨੇ ਬੜਾ ਸੰਤਾਪ ਭੋਗਿਆ ਪਿਛਲੇ ਅਰਸੇ ਦੌਰਾਨ ਜੀ। ਪੰਜਾਬ ਦੇ ਵਿੱਚ ਜਦੋਂ ਕਾਲਾ ਦੌਰ ਸੀ, ਸਭ ਤੋਂ ਵੱਡੀ ਸੱਟ ਪੰਜਾਬ ਨੂੰ ਉਦੋਂ ਲੱਗੀ। ਪੰਜਾਬ 20-30 ਵਰ੍ਹਿਆਂ ਲਈ ਪਿੱਛੇ ਪੈ ਗਿਆ। ਪੰਜਾਬ ਦੇ ਵਿੱਚ ਜਿਹੜੀ ਇੰਡਸਟਰੀ ਸੀ ਉਹ ਆਉਣੀ ਤਾਂ ਕੀ ਸੀ, ਇੱਧਰੋਂ ਜਾਣੀ ਸ਼ੁਰੂ ਹੋ ਗਈ ਜੀ। ਫਿਰ ਕੇਂਦਰ ਸਰਕਾਰ ਦੀਆਂ ਪਾਲਿਸੀਆਂ ਇਸ ਕਿਸਮ ਦੀਆਂ ਆਈਆਂ ਕਿ ਜਿਹਦੇ ਵਿੱਚ ਪਹਾੜੀ ਰਾਜਾਂ ਨੂੰ ਕੁਝ ਇਨਸੈਂਟਿਵ ਦੇ ਦਿੱਤੇ, ਜਿਹਦੇ ਨਾਲ ਸਾਡੀ ਇੰਡਸਟਰੀ ਆਉਣ ਦੀ ਥਾਂ ਜਿਹੜੀ ਇੰਡਸਟਰੀ ਸੀ ਉਹ ਪਹਾੜੀ ਰਾਜਾਂ ਵੱਲ ਹੋ ਗਈ, ਕਿਉਂਕਿ ਵੱਧ ਇਨਸੈਂਟਿਵ ਉਹਨਾਂ ਨੂੰ ਨਾ ਸੂਬਿਆਂ ਦੇ ਵਿੱਚੋਂ ਮਿਲਦੇ ਸੀ ਜੀ। ਉਸ ਤੋਂ ਬਾਅਦ ਫਿਰ ਸਾਡੇ ਮਾਫੀਆ ਰਾਜ ਰਿਹਾ। ਮਾਫੀਆ ਰਾਜ ਦਾ ਇਹ ਰਿਹਾ ਕਿ ਸਾਡੀ ਹਿੱਸੇਦਾਰੀ ਹੋਣੀ ਚਾਹੀਦੀ ਹੈ। ਤਾਂ ਉਦੋਂ ਇਨਵੈਸਟਰ ਹੈ ਜਿਹੜੇ ਡਰ ਗਏ ਕਿ ਹਰ ਚੀਜ਼ 'ਚ ਹਕੂਮਤ ਆਪਣਾ ਹਿੱਸਾ ਭਾਲਦੀ ਹੈਗੀ ਹੈ। ਹੁਣ ਜਿਹੜਾ ਮਾਹੌਲ ਬਣ ਗਿਆ, ਹੁਣ ਗੈਂਗਸਟਰ ਭਾਰੂ ਹੋ ਗਏ ਨੇ, ਨਿੱਤ ਫਰੌਤੀ ਦੀਆਂ ਕਾਲਾਂ ਆ ਰਹੀਆਂ ਨੇ, ਉੱਪਰੋਂ ਇਸ ਕਿਸਮ ਦੇ ਪ੍ਰਦਰਸ਼ਨ ਡੇਲੀ ਹੋ ਰਹੇ ਨੇ। ਤਾਂ ਇੰਡਸਟਰੀਲਿਸਟ ਨੂੰ ਇੱਕ ਸਮੂਥ
ਜਿਹੜਾ ਮਾਹੌਲ ਚਾਹੀਦਾ ਹੈ। ਜੀ ਲੋੜ ਇਸ ਗੱਲ ਦੀ ਹੈ ਕਿ ਜਿਸ ਤਰ੍ਹਾਂ ਤੁਸੀਂ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੱਖਣ ਦੇ ਦੌਰੇ ਤੇ ਗਏ ਨੇ, ਜੀ। ਉਹ ਕਹਿੰਦੇ ਨੇ ਕਿ ਅਸੀਂ ਉਹਨਾਂ ਵੱਡੇ ਸ਼ਹਿਰਾਂ ਦੇ ਵਿੱਚ ਜਾ ਕੇ ਜਿਹੜੇ ਇਨਵੈਸਟਰ ਨੇ ਉਹਨਾਂ ਨੂੰ ਪੰਜਾਬ ਦੀ ਧਰਤੀ ਤੇ ਲੈ ਕੇ ਆਵਾਂਗੇ ਵਾਪਸ। ਜੀ ਪਰ ਠੀਕ ਹੈ, ਇਹ ਇੱਕ ਚੰਗਾ ਉਪਰਾਲਾ ਹੋ ਸਕਦਾ ਹੈ ਕਿਉਂਕਿ 23 ਔਰ 24 ਫਰਵਰੀ ਨੂੰ ਜਿਹੜਾ ਇਨਵੈਸਟ ਪੰਜਾਬ ਹੈ ਉਹ ਪ੍ਰੋਗਰਾਮ ਪੰਜਾਬ ਸਰਕਾਰ ਕਰ ਰਹੀ ਹੈ, ਜਿਹਦੇ ਵਿੱਚ ਇੰਡਸਟਰੀਅਲਿਸਟਾਂ ਨੂੰ ਸੱਦਾ ਦਿੱਤਾ ਹੈ। ਜੀ ਕਿਉਂਕਿ ਇਹ ਪ੍ਰੋਗਰਾਮ ਕੋਈ ਪਹਿਲੀ ਵਾਰ ਤਾਂ ਆਤਿਸ਼ ਹੋ ਨਹੀਂ ਰਿਹਾ, ਬਿਲਕੁਲ। ਪਹਿਲਾਂ ਵੀ ਹੁੰਦੇ ਰਹੇ, ਐਮਓਯੂ ਵੀ ਸਾਈਨ ਹੁੰਦੇ, ਕਰੋੜਾਂ ਲੱਖਾਂ ਦੇ ਹੁੰਦੇ ਰਹੇ ਨੇ, ਪਰ ਪ੍ਰੈਕਟੀਕਲੀ ਸਾਨੂੰ ਪੰਜਾਬ ਦੀ ਧਰਤੀ ਤੇ ਕੋਈ ਵੱਡਾ ਪ੍ਰੋਜੈਕਟ ਦੇਖਿਆ ਨਹੀਂ। ਲਾਸਟ ਪ੍ਰੋਜੈਕਟ ਜਿਹੜਾ ਆਇਆ ਸੀ ਪੰਜਾਬ ਦੇ ਵਿੱਚ ਵੱਡਾ, ਉਹ ਬਠਿੰਡਾ ਰਿਫਾਈਨਰੀ ਸੀ। ਜੀ ਰਿਫਾਈਨਰੀ ਦੇ ਵਿੱਚੋਂ ਪੈਟਰੋਕੈਮੀਕਲ ਯੂਨਿਟ ਉਹਨਾਂ ਨੇ ਪਿੱਛੇ ਜੇ ਲਾਇਆ ਹੈਗਾ ਵੱਡਾ। ਉਸ ਤੋਂ ਬਾਅਦ ਕੋਈ ਵੱਡੀ ਇੰਡਸਟਰੀ ਪੰਜਾਬ ਦੇ ਵਿੱਚ ਸਾਨੂੰ ਦੇਖਣ ਨੂੰ ਨਹੀਂ ਮਿਲਦੀ। ਤਾਂ ਜਿੱਥੇ ਪੰਜਾਬ ਸਰਕਾਰ ਇਹ ਉਪਰਾਲੇ ਕਰ ਰਹੀ ਹੈ ਕਿ ਬਾਹਰੋਂ ਇਨਵੈਸਟਮੈਂਟ ਆਵੇ, ਤਾਂ ਨਾਲੋਂ ਨਾਲ ਉਹਨਾਂ ਨੂੰ ਵੱਡੀ ਗੱਲ ਹੈ ਕਿ ਪਹਿਲਾਂ ਇੱਕ ਮਾਹੌਲ ਸਿਰਜ ਕੇ ਦੇਣਾ ਪਏਗਾ ਕਿ ਇੰਡਸਟਰੀਲਿਸਟ ਨੂੰ ਇਹ ਰਿਸਕ ਨਾ ਫੀਲ ਕਰੇ ਪੰਜਾਬ 'ਚ ਆ ਕੇ, ਉਹ ਸਿਕਿਉਰ ਫੀਲ ਕਰੇ। ਜੇ ਉਹਨਾਂ ਨੂੰ ਲੱਗਿਆ ਕਿ ਮੇਰੀ ਗੱਲ ਨੂੰ ਫੈਕਟਰੀ ਚੱਲਣੀ ਨਹੀਂ ਦੇਣੀ ਕਿਸੇ ਨੇ, ਬਿਲਕੁਲ, ਤਾਂ ਉਹ ਇੱਥੇ ਇਨਵੈਸਟ ਕਿਉਂ ਕਰੇਗਾ। ਇੱਕ ਐਗਜ਼ਾਮਪਲ ਦੇਣੀ ਚਾਹਾਂਗਾ ਕਿ ਮੈਨੂੰ ਪਤਾ ਲੱਗੇ ਕਿ ਅੰਬੂਜਾ ਸੀਮੈਂਟ ਫੈਕਟਰੀ ਹੈ ਜਿਹੜੀ ਰੋਪੜ, ਉਹਦੇ ਸਵਾਦ ਦੀ ਜਿਹੜੀ ਟਰਾਂਸਪੋਰਟੇਸ਼ਨ ਹੈ ਉਹਨੂੰ ਲੈ ਕੇ ਕਾਫੀ ਟਾਈਮ ਤੋਂ ਜਿਹੜਾ ਧਰਨਾ ਮੁਜ਼ਾਹਰਾ ਚੱਲ ਰਿਹਾ ਹੈ। ਤਾਂ ਹੁਣ ਮੈਨੂੰ ਇਹ ਕੰਸੋਆਂ ਮਿਲੀਆਂ ਨੇ ਕਿ ਉਹ ਫੈਕਟਰੀ ਵਾਲੇ ਇਹ ਸੋਚਣ ਲੱਗੇ ਨੇ ਕਿ ਅਸੀਂ ਆਪਣੀ ਇਹ ਫੈਕਟਰੀ ਬੰਦ ਹੀ ਕਰ ਦਈਏ ਪੰਜਾਬ ਦੇ ਵਿੱਚੋਂ। ਸੋ ਇਸ ਤਰ੍ਹਾਂ ਦੇ ਸਾਨੂੰ ਪਹਿਲਾਂ ਇੱਕ ਸਮੂਥ ਇੱਥੇ ਜਿਹੜਾ ਮਾਹੌਲ ਹੈ ਉਹ ਦੇਣਾ ਪਏਗਾ, ਉਸ ਤੋਂ ਬਾਅਦ ਹੀ ਸਾਡੀ ਇੰਡਸਟਰੀ ਆਏਗੀ। ਠੀਕ ਹੈ, ਤੁਸੀਂ ਇਨਸੈਂਟਿਵ ਦਿੰਦੇ ਹੋ, ਜਿਵੇਂ ਪਿੱਛੇ ਡਰੱਗ ਪਾਰਕ ਬਣਾਉਣਾ ਸੀ ਬਠਿੰਡੇ, ਇਨਸੈਂਟਿਵ ਤੁਸੀਂ ਆਫਰ ਕੀਤੇ, ਪਰ ਉਹ ਸੈਂਟਰ ਦੇ ਹੱਥ ਸੀ, ਸੈਂਟਰ ਨੇ ਤੁਹਾਨੂੰ ਨਹੀਂ ਦਿੱਤਾ। ਤਾਂ ਤੁਹਾਨੂੰ ਸਰਕਾਰ ਨੂੰ, ਜੇ ਚਲੋ ਸੈਂਟਰ ਨੇ ਨਹੀਂ ਤੁਹਾਡਾ ਹੱਥ ਫੜ ਰਿਹਾ, ਖੁਦ ਤੁਸੀਂ ਐਫਰਟਸ ਕਰ ਰਹੇ, ਤੁਹਾਡੀਆਂ ਐਫਰਟਸ ਨੂੰ ਉਦੋਂ ਬੂਰ ਪਏਗਾ ਕਿ ਪੰਜਾਬ ਦੇ ਵਿੱਚ ਇੱਕ ਸਥਾਨ ਆ ਜਦੋਂ ਇੱਕ ਭੈ ਮੁਕਤ ਮਾਹੌਲ ਮਿਲੇਗਾ ਲੋਕਾਂ ਨੂੰ, ਇਨਵੈਸਟਰ ਨੂੰ ਔਰ ਇੰਡਸਟਰੀਲਿਸਟਾਂ ਨੂੰ। ਜੀ ਇਹ ਸਨ ਸਾਡੇ ਪੱਤਰਕਾਰ ਸ਼੍ਰੀ ਚਰਨਜੀਤ ਜੀ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਤੇ ਫੇਰ ਗੱਲ ਕਰਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।